असलामुअलैकुम। मैं हाँ ਤੁਹਾਡਾ ਮੇਜ਼ਬਾਨ ਮੁਹੰਮਦ ਜ਼ਮਾਨ। ਅੱਜ ਫਿਰ ਮੈਂ ਤੁਹਾਡੇ ਵਾਸਤੇ ਇੱਕ ਸਟੋਰੀ ਲੈ ਕੇ ਆਇਆ। ਇਹ ਅੱਗੇ ਮੈਂ ਵੈਸੇ ਸਟੋਰੀਆਂ ਬਣਾਣਾ ਤੇ ਕਦੇ ਮਰਾਸੀਆਂ ਤੇ ਕਦੇ ਇਹ ਮੈਂ ਕਿਸੇ ਦੀ ਜ਼ਾਤ ਤੇ ਅਟੈਕ ਨਹੀਂ ਕਰਦਾ। ਵੈਸੇ ਇੱਕ ਫਨੀ ਗੱਪਾਂ ਹੁੰਦੀਆਂ ਨੇ ਤੇ ਬਸ ਉਹ ਸਟੋਰੀ ਜਾਂ ਕਹਾਣੀ ਸੁਣਾ ਦੇਵੇਂ ਦੀ। ਅੱਜ ਮੈਂ ਸੁਣਾਣਾ ਅਰਾਈਆਂ ਤੇ, ਕਿਉਂਕਿ ਮੈਂ ਬਜ਼ਾਤੇ ਖੁਦ ਇੱਕ ਕੌਮ ਦਾ ਅਰਾਈ ਹਾਂ। ਸਾਨੂੰ ਲੋਕ ਗੰਢੇ ਖਾਣੀ ਕੌਮ ਹੀ ਆਖਦੇ ਨੇ ਤੇ ਇਸ ਵਾਸਤੇ ਮੈਂ ਅੱਜ ਆਦੇ ਤੇ ਸਟੋਰੀ ਸੁਣਾਣਾ। ਜਿਹੜੀ ਅਰਾਈ ਕੌਮ ਹੈ ਨਾ, ਇਹ ਈਰਾਨ ਤੋਂ ਹੈ ਤੇ ਇਹਨਾਂ ਦਾ ਕਿੱਸਾ ਸਾਰਾ ਈਰਾਨ ਤੋਂ ਸ਼ੁਰੂ ਹੁੰਦਾ ਹੈ। ਤੇ ਈਰਾਨ ਦੇ ਵਿੱਚ ਵਾਹਵਾ ਸਾਰੇ ਅਰਾਈ ਹੈਗੇ ਸਨ ਤੇ ਉੱਥੋਂ ਦਾ ਨਾ ਬਾਦਸ਼ਾਹ ਜਿਹੜਾ ਹੈਗਾ ਸੀ ਨਾ, ਉਹਦੇ ਕੋਲ ਜ਼ਮੀਨ ਹੈਗੀ ਸੀ ਵਾਹਵਾ ਸਾਰੇ, ਤੇ ਬੰਜਰ ਜ਼ਮੀਨ ਪਈ ਸੀ ਤੇ ਉਹਦੇ ਨਾ ਜ਼ਿਹਨ ਦੇ ਵਿੱਚ ਤਰਕੀਬ ਆਈ ਕਿ ਮੈਂ ਜ਼ਮੀਨ ਨੂੰ ਨਾ ਆਬਾਦ ਕਰਾਂ, ਮਤਲਬ ਕੋਈ ਫਸਲ ਫੁਸਲ ਦੇ ਵਿੱਚ ਉਗਾਵਾਂ ਜਾਂ ਕੋਈ ਐਸਾ ਹਿਸਾਬ ਰੱਖਾਂ। ਉਹਨੇ ਨਾ ਆਦੇ ਵਜ਼ੀਰ ਨੂੰ ਐਲਾਨ ਕੀਤਾ ਕਿ ਜਿੰਨੀਆਂ ਬਿਆਦਰੀਆਂ ਕੌਮਾਂ ਹੈਗੀਆਂ ਨੇ ਸਾਰੀਆਂ ਨੂੰ ਇਕੱਠਾ ਕਰ। ਸਾਰੀਆਂ ਕੌਮਾਂ ਨੂੰ ਇਕੱਠਾ ਕੀਤਾ ਗਿਆ। ਜਦੋਂ ਸਾਰੀਆਂ ਕੌਮਾਂ ਇਕੱਠੀਆਂ ਹੋਈਆਂ ਨਾ ਤੇ ਉਹਨੇ ਵਜ਼ੀਰ ਨੂੰ ਕਿਹਾ ਜੀ ਤੂੰ ਹੁਣ ਨਾ ਕੁਰਾਨਦਾਜ਼ੀ ਕਰ, ਜਿਹੜੀ ਕੌਮ ਦੇ ਨਾਂ ਤੇ ਕੁਰਾਨ ਨਿਕਲਿਆ ਨਾ ਉਸ ਕੌਮ ਨੂੰ ਸਾਰੀ ਜ਼ਮੀਨ ਦੇ ਦੇ ਸਾਂ ਤੇ ਉਹ ਬੀਜੇਗੀ, ਮਤਲਬ ਫਸਲ ਬੀਜੇਗੀ ਨਾ। ਠੀਕ ਹੈ ਜੀ। ਵਜ਼ੀਰ ਨੇ ਐਲਾਨ ਕਰ ਦਿੱਤਾ ਬਈ ਪੂਰੇ ਇਲਾਕੇ ਦੇ ਵਿੱਚ ਐਲਾਨ ਹੋ ਗਿਆ। ਈਰਾਨ ਪੂਰੇ 'ਚ ਸਾਰੀਆਂ ਕੌਮਾਂ ਇਕੱਠੀਆਂ ਹੋ ਗਈਆਂ। ਜਦੋਂ ਸਾਰੀਆਂ ਕੌਮਾਂ ਇਕੱਠੀਆਂ ਹੋਈਆਂ ਤੇ ਉਹ ਕੁਰਾ ਪਾਇਆ ਗਿਆ ਜੀ, ਕੁਰਾ ਨਿਕਲਿਆ ਅਰਾਈਆਂ ਦੇ ਨਾਂ। ਜਦੋਂ ਅਰਾਈਆਂ ਦੇ ਨਾਂ ਨਿਕਲਿਆ ਤੇ ਅਰਾਈਆਂ ਨੂੰ ਉਹਨਾਂ ਨੇ ਸਾਰੀ ਜ਼ਮੀਨ ਦੇ ਦਿੱਤੀ। ਤੇ ਪਰ ਅਰਾਈ ਬੜੀ ਹੁਸ਼ਿਆਰ ਚਲਾਕ ਕੌਮ ਹੈ। ਉਹਨੇ ਅਰਾਈਆਂ ਨੇ ਬਈ ਬਾਦਸ਼ਾਹ ਤੋਂ ਪੁੱਛਿਆ ਕੀ ਬੀਜੀ। ਬਾਦਸ਼ਾਹ ਨੇ ਆਖਿਆ ਜਿਹੜੀ ਸ਼ਾ ਮਰਜ਼ੀ ਬੀਜ ਲਓ। ਅਰਾਈਆਂ ਨੇ ਆਖਿਆ ਚਲੋ ਠੀਕ ਹੈ। ਅਰਾਈਆਂ ਨੇ ਗੰਢੇ ਬੀਜ ਲਏ। ਸਾਰੀ ਜ਼ਮੀਨ ਦੇ ਵਿੱਚ ਗੰਢੇ ਗੰਢੇ, ਜਿੱਧਰ ਵੇਖੋ ਗੰਢੇ ਗੰਢੇ। ਜਦੋਂ ਗੰਢੇ ਪੱਟਣ ਦੀ ਵਾਰੀ ਆਈ ਤੇ ਉਹਨਾਂ ਨੇ ਬਾਦਸ਼ਾਹ ਤੋਂ ਪੁੱਛਿਆ, ਬਾਦਸ਼ਾਹ ਸਲਾਮਤ, ਹਾਂ ਵੀ ਤੁਸੀਂ ਫਸਲ ਦਾ ਉੱਤੇ ਵਾਲਾ ਹਿੱਸਾ ਲਵੋਗੇ ਕਿ ਥੱਲੇ ਵਾਲਾ। ਬਾਦਸ਼ਾਹ ਨੇ ਆਖਿਆ ਮੈਂ ਉੱਤੇ ਵਾਲਾ ਲਵਾਂਗਾ, ਮੈਂ ਥੱਲੇ ਵਾਲਾ ਕਿਉਂ ਲਵਾਂਗਾ, ਮਿੱਟੀ ਹੈਗੀ ਥੱਲੇ। ਖੈਰ ਉਹਨਾਂ ਨੇ ਗੰਢੇ ਪੱਟੇ, ਭੋਕਾਂ ਟਰਾਲੇ ਭਰ ਭਰ ਤੇ ਬਾਦਸ਼ਾਹ ਦੇ ਘਰੇ ਤੇ ਗੰਢੇ ਆਪਦੇ ਕੋਲ। ਬਾਦਸ਼ਾਹ ਬੜਾ ਪਰੇਸ਼ਾਨ ਆ ਵੀ ਕੀਤੀ ਤੇ ਇਹਨਾਂ ਨੇ ਮੇਰੇ ਨਾਲ ਚਲਾਕੀ ਠੱਗੀ ਕਰ ਲਈ। ਚਲੋ ਅਗਲੀ ਵਾਰੀ ਸੇ ਹੁਣ ਅਗਲੀ ਵਾਰੀ ਆਈ ਤੇ ਫਿਰ ਅਰਾਈਆਂ ਨੇ ਕਣਕ ਬੀਜ ਲਈ। ਜਦੋਂ ਕਣਕ ਬੀਜੀ ਗਈ ਤੇ ਫਿਰ ਜਦੋਂ ਵੱਢਣ ਦਾ ਟਾਈਮ ਆਇਆ, ਬਾਦਸ਼ਾਹ ਤੋਂ ਪੁੱਛਿਆ ਹਾਂਜੀ ਬਾਦਸ਼ਾਹ ਸਲਾਮਤ ਦੱਸੋ ਹੁਣ ਤੁਸੀਂ ਉੱਤੇ ਵਾਲਾ ਹਿੱਸਾ ਲਵੋਗੇ ਕਿ ਥੱਲੇ ਵਾਲਾ ਫਸਲ ਦਾ। ਬਾਦਸ਼ਾਹ ਨੇ ਆਖਿਆ ਮੈਂ ਤਾਂ ਉੱਤੇ ਵਾਲਾ ਲਵਾਂ। ਅਰਾਈ ਹੁਸ਼ਿਆਰ ਚਲਾਕ ਕੌਮ ਹੈਗੀ ਸੀ। ਇਹਨਾਂ ਨੇ ਸਿੱਟੇ ਲਏ ਡੂੰਘ ਤੇ ਬਾਕੀ ਤੂੜੀ ਕੱਢ ਤੇ ਟਰਾਲਿਆਂ ਦੇ ਟਰਾਲੇ ਭਰ ਤੇ ਬਾਦਸ਼ਾਹ ਦੇ ਘਰੇ। ਬਾਦਸ਼ਾਹ ਫਿਰ ਹੈਰਾਨ ਵੀ ਇਹ ਮੇਰੇ ਮੱਥੇ ਕਿਹੋ ਜਿਹੀ ਕੌਮ ਲੱਗ ਗਈ। ਚਲੋ ਖੈਰ ਬਾਦਸ਼ਾਹ ਨੇ ਆਖਿਆ ਅਗਲੀ ਵਾਰੀ। ਜਦੋਂ ਫਿਰ ਅਗਲੀ ਵਾਰੀ ਆਏ ਤੇ ਇਹਨਾਂ ਨੇ ਮਕਈ ਬੀਜ ਲਈ। ਜਦੋਂ ਮਕਈ ਬੀਜੀ ਤੇ ਜਦੋਂ ਮਕਈ ਵੱਢਣ ਦਾ ਟਾਈਮ ਆ ਗਿਆ, ਫਸਲ ਪੱਕ ਤੇ ਤਿਆਰ ਹੋ ਗਈ, ਰੂਜ ਤੇ ਹੋ ਗਈ। ਬਾਦਸ਼ਾਹ ਸਲਾਮਤ ਹਾਂਜੀ। ਬਾਦਸ਼ਾਹ ਦੇ ਬਣੇ ਬੜਾ ਸਮਾਰਟ ਬਣਿਆ। ਬਾਦਸ਼ਾਹ ਨੂੰ ਪੁੱਛਿਆ ਜੀ, ਬਾਦਸ਼ਾਹ ਨੇ ਕਿਹਾ ਨਾ ਮੈਂ ਇਸ ਵਾਰੀ ਮਤਲਬ ਦਰਮਿਆਨ ਵਾਲੀ ਧੁੰਦ ਸਮ ਉੱਤੋਂ ਵੀ ਲਾਵਾਂਗਾ ਤੇ ਥੱਲੋਂ ਵੀ ਲਾਵਾਂਗੇ ਨਾ। ਠੀਕ ਹੈ। ਇਹਨਾਂ ਨੇ ਆਦੀ ਛਲੀਆਂ ਲਾ ਲਈਆਂ ਤੇ ਟਾਂਡਿਆਂ ਦੇ ਟਰਾਲੇ ਭਰਾ ਤੇ ਫਿਰ ਬਾਦਸ਼ਾਹ ਦੇ ਘਰ। ਬਾਦਸ਼ਾਹ ਨੇ ਆਖਿਆ ਗੰਦੀ ਕੌਮ ਮਗਰੋਂ ਲਵੇ, ਇਹਨੂੰ ਮਗਰੋਂ ਲਾਓ, ਇੱਥੇ ਨਾ ਰਹਿਣ। ਉਦੋਂ ਤਾਂ ਉਹਨਾਂ ਨੇ ਛਿੱਕਿਆ ਹੋਇਆ ਤੇ ਵਿਚਾਰੀ ਪਾਕਿਸਤਾਨ ਦੇ ਵਿੱਚ ਆ ਤੇ ਖੱਜਲ ਖਰਾਬ ਹੋਈ ਜਾਂਦੇ ਨੇ। ਸਾਰੇ ਰਾਈ ਇੱਥੇ ਬੜੇ ਪਏ ਨੇ। ਬਾਕੀ ਮੁਲਕਾਂ ਦੇ ਵਿੱਚ ਜਾਂਦੇ ਰਹੋ ਤੁਹਾਨੂੰ ਘੱਟ ਹੀ ਲੱਭਣ ਦੇ। ਮੇਰੀ ਅੱਜ ਦੀ ਸਟੋਰੀ ਇੰਨੀ ਸੀ, ਉਮੀਦ ਹੈ ਤੁਹਾਨੂੰ ਇਹ ਪਸੰਦ ਆਵੇ ਦੀ। ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ।